ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਨਕੇਤ 'ਤੇ। ਕਿਤਾਬ ਨਿਰਾਸ਼ਾ ਤੋਂ ਬਚੋ, ਲੇਖਕ ਸਵੇਟ ਮਾਰਡਨ, ਲੇਖ ਰੋਂਦਿਆਂ ਨੂੰ ਹਸਾਉਣਾ। ਦੋਸਤੋ ਅੱਜ ਦੇ ਸਮੇਂ ਇਸ ਲੇਖ ਦਾ ਬਹੁਤ ਮੁੱਲ ਆ, ਸੋ ਸਾਰਾ ਲੇਖ ਜ਼ਰੂਰ ਸੁਣਿਓ। ਬਹੁਤ ਕੰਮ ਦੀਆਂ ਗੱਲਾਂ ਤੁਹਾਨੂੰ ਸੁਣਨ ਨੂੰ ਮਿਲਣਗੀਆਂ। ਜਦੋਂ ਕੁਮਾਰੀ ਏਡਿਥ ਕਾਲਜ ਵਿੱਚ ਪੜ੍ਹਦੀ ਸੀ ਤਾਂ ਆਪਣੇ ਹਸਮੁਖ ਸੁਭਾਅ ਦੇ ਕਾਰਨ ਉਹ ਰੋਂਦਿਆਂ ਨੂੰ ਹਸਾਉਣ ਵਾਲੀ ਲੜਕੀ ਦੇ ਨਾਮ ਨਾਲ ਮਸ਼ਹੂਰ ਸੀ। ਕਾਲਜ ਭਰ ਦੀਆਂ ਮਾਯੂਸ, ਨਿਰਾਸ਼ਾ ਅਤੇ ਪੜ੍ਹਾਈ ਵਿੱਚ ਪਛੜੀਆਂ ਹੋਈਆਂ ਲੜਕੀਆਂ ਉਸ ਕੋਲ ਸਿਰਫ ਇਸ ਲਈ ਜਾਣਾ ਚਾਹੁੰਦੀਆਂ ਸਨ ਕਿ ਉਸ ਦੇ ਚਿਹਰੇ ਉੱਤੇ ਥਿਰਕਦੀ ਹਾਸੀ ਵਿੱਚੋਂ ਉਹ ਵੀ ਆਪਣੇ ਨਿਰਾਸ਼ ਜੀਵਨ ਵਿੱਚ ਆਸ ਦੀ ਇੱਕ ਨਿਖਰੀ ਹੋਈ ਕਿਰਨ ਭਰ ਸਕਣ। ਅਤੇ ਇਸ ਵਿੱਚ ਕੋਈ ਸ਼ੱਕ ਵੀ ਨਹੀਂ ਸੀ ਕਿ ਏਡਿਥ ਦੇ ਰੋਮ ਵਿੱਚ ਉਮੀਦ ਦਾ ਚਾਨਣ ਫੁੱਟ ਪੈਂਦਾ ਸੀ। ਅਜਿਹੇ ਖੁਸ਼ ਮਿਜਾਜ ਲੋਕਾਂ ਕੋਲ ਹਰ ਵੇਲੇ ਹਰ ਕਿਸੇ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ। ਇਸ ਪ੍ਰਕਾਰ ਦਿੱਤਾ ਜਾਣਾ ਕਿਸੇ ਵੀ ਹੋਰ ਜ਼ਰੂਰਤ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦਾ। ਆਪਣੇ ਨਿਯਮਤ ਕੰਮ ਧੰਦੇ ਦੇ ਰਾਹੀਂ ਕੋਈ ਵਿਅਕਤੀ ਸਮਾਜ ਦੀ ਓਨੀ ਭਲਾਈ ਨਹੀਂ ਕਰ ਸਕਦਾ ਜਿੰਨੀ ਕਿ ਸਿਰਫ ਖੁਸ਼ ਮਿਜਾਜ ਬਣ ਕੇ। ਖੁਸ਼ ਮਿਜਾਜ ਯਾਨੀ ਹਸਮੁਖ ਲੋਕਾਂ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਹ ਇਨਸਾਨ ਦੇ ਅੰਦਰ ਛਿਪੀ ਸਾਰੀ ਯੋਗਤਾ ਨੂੰ ਉਜਾਗਰ ਕਰ ਦਿੰਦੀ ਹੈ ਅਤੇ ਸਾਡੇ ਅੰਦਰਲੀ ਘੁਟਨ ਨੂੰ ਤੋੜ ਕੇ ਸਾਨੂੰ ਇੰਨਾ ਤੇਜ਼ ਕਰ ਦਿੰਦੀ ਹੈ ਕਿ ਅਸੀਂ ਭਵਿੱਖਬਾਣੀ ਕਰਨ ਦੇ ਅੰਦਾਜ਼ ਵਿੱਚ ਬੋਲਣ ਲੱਗ ਪੈਂਦੇ ਹਾਂ। ਹਸਮੁਖ ਲੋਕ ਸਹੀ ਮਾਮਲਿਆਂ ਵਿੱਚ ਸਮਾਜ ਸੇਵਕ ਹਨ। ਜਿਸ ਤਰ੍ਹਾਂ ਅਸੀਂ ਆਪਣੀ ਰੋਜੀ ਕਮਾਉਣ ਦੀ ਯੋਗਤਾ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੀ ਹੱਸਣ ਦੀ ਤਾਕਤ ਨੂੰ ਵਿਕਸਿਤ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਤੋਂ ਵੱਧ ਇਨਸਾਨ ਨੂੰ ਉਭਾਰਨ ਵਾਲੀ ਸ਼ਕਤੀ ਹੋਰ ਕੋਈ ਨਹੀਂ। ਮਾਨਸਿਕ ਪਰੇਸ਼ਾਨੀਆਂ ਦੀ ਇਸ ਤੋਂ ਵੱਡੀ ਦਵਾਈ ਅੱਜ ਤੱਕ ਨਹੀਂ ਬਣ ਸਕੀ। ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਆਨੰਦ ਲੈਣ ਦੀ ਆਦਤ ਪਾ ਲੈਣ ਨਾਲ ਸਾਡੀ ਪੂਰੀ ਜ਼ਿੰਦਗੀ ਦੀ ਧਾਰਨਾ ਹੀ ਬਦਲ ਜਾਂਦੀ ਹੈ ਅਤੇ ਅਸੀਂ ਹਰ ਗੱਲ ਨੂੰ, ਹਰ ਚੀਜ਼ ਨੂੰ ਹੀ ਰੌਸ਼ਨੀ ਪੱਖ ਵਿੱਚ ਦੇਖਣ ਲੱਗ ਪੈਂਦੇ ਹਾਂ। ਇਹ ਕੋਈ ਅਨੋਖੀ ਆਦਤ ਨਹੀਂ ਹੈ, ਬਲਕਿ ਹਸਮੁਖਪਨ ਦਾ ਹੀ ਸਹਿਜ ਵਿਕਸਿਤ ਰੂਪ ਹੈ। ਹਰ ਮਹਾਨ ਵਿਅਕਤੀ ਹਸਮੁਖ ਹੁੰਦਾ ਹੈ। ਛੋਟੇ ਬੱਚਿਆਂ ਵਿੱਚ ਹੱਸਣ, ਕਿਲਕਾਰੀਆਂ ਮਾਰਨ ਦੀ ਕੁਦਰਤੀ ਆਦਤ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਬਹੁਤ ਵੱਡਾ ਪਾਪ ਹੈ। ਬੱਚਿਆਂ ਦੇ ਚਿਹਰੇ ਉੱਤੇ ਗੰਭੀਰਤਾ ਦੀ ਤਾਂ ਕਲਪਨਾ ਵੀ ਨਹੀਂ ਕਰਨੀ ਚਾਹੀਦੀ। ਕਿਸੇ ਮਾਸੂਮ ਦੇ ਲਟਕੇ ਹੋਏ ਚਿਹਰੇ ਨੂੰ ਕੌਣ ਦੇਖਣਾ ਚਾਹੇਗਾ? ਇਹ ਤਾਂ ਕੁਦਰਤ ਦੇ ਨਿਯਮ ਦੇ ਹੀ ਵਿਰੁੱਧ ਹੈ। ਬੱਚਾ ਜਦੋਂ ਵੀ ਕਦੇ ਚਿੰਤਤ ਜਾਂ ਚੁਕੰਨਾ ਜਿਹਾ ਲੱਗੇ ਤਾਂ ਸਮਝੋ ਕਿ ਜ਼ਰੂਰ ਕੋਈ ਗੜਬੜ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਹੱਸਣ ਦੀ ਤਾਕਤ ਬਰਬਾਦ ਕਰ ਬੈਠੇ ਹਨ। ਇਹਨਾਂ ਉੱਤੇ ਕਿਸੇ ਗੱਲ ਦੀ ਪ੍ਰਤੀਕਿਰਿਆ ਨਹੀਂ ਹੁੰਦੀ, ਕੋਈ ਲਚਕ ਇਹਨਾਂ ਵਿੱਚ ਨਹੀਂ ਰਹੀ ਹੁੰਦੀ। ਇਹਨਾਂ ਦੀ ਸੋਚਣੀ ਮੁਤਾਬਕ ਹੱਸਣਾ ਕਮਜ਼ੋਰੀ ਦੀ ਨਿਸ਼ਾਨੀ ਹੈ। ਇਹ ਸਮਝਦੇ ਹਨ ਕਿ ਹੱਸਣ ਨਾਲ ਜੀਵਨ ਦੀ ਗੰਭੀਰਤਾ ਨਸ਼ਟ ਹੋ ਜਾਂਦੀ ਹੈ। ਪੂਰੀ ਦੁਨੀਆ ਦਾ ਬੋਝ ਇਹ ਆਪਣੇ ਹੀ ਮੋਢਿਆਂ ਉੱਤੇ ਮਹਿਸੂਸ ਕਰਦੇ ਹਨ। ਹਰ ਜ਼ਿੰਮੇਵਾਰੀ ਇਹਨਾਂ ਦੀ ਹੈ। ਇਹ ਹੈਰਾਨ ਹੁੰਦੇ ਹਨ ਕਿ ਕਿਵੇਂ ਕੋਈ ਹੱਸ ਕੇ ਇਹਨਾਂ ਜ਼ਿੰਮੇਵਾਰੀਆਂ ਨੂੰ ਟਾਲ ਸਕਦਾ ਹੈ, ਜਾਂ ਇਹ ਕਿ ਇਸ ਜੀਵਨ ਵਿੱਚ ਕਿਸੇ ਨੂੰ ਹੱਸ ਸਕਣ ਦੀ ਫੁਰਸਤ ਕਿਵੇਂ ਮਿਲ ਸਕਦੀ ਹੈ। ਇਹ ਲੋਕ ਕੁਝ ਇਸ ਪ੍ਰਕਾਰ ਦੇ ਅਸਰ ਪਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਨਾ ਹੋਣ ਤਾਂ ਧਰਤੀ ਦਾ ਗੋਲਾ ਥੰਮ ਜਾਵੇ, ਕਿਉਂਕਿ ਇਹਨਾਂ ਦੇ ਮੋਢਿਆਂ ਉੱਤੇ ਹੀ ਨਾ ਧਰਤੀ ਟਿਕੀ ਹੋਈ ਹੈ। ਦੂਜੇ ਪਾਸੇ ਹਸਮੁਖ ਵਿਅਕਤੀ ਨਾ ਸਿਰਫ ਖੁਸ਼ ਮਿਜਾਜ ਹੁੰਦੇ ਹਨ, ਬਲਕਿ ਸਭ ਤੋਂ ਲੰਮੀ ਉਮਰ ਵੀ ਭੋਗਦੇ ਹਨ। ਇਸ ਤੋਂ ਬਿਨਾਂ ਜੀਵਨ ਵਿੱਚ ਸਭ ਨਾਲੋਂ ਵੱਧ ਸਫਲ ਵੀ ਇਹੀ ਸਿੱਧ ਹੁੰਦੇ ਹਨ, ਕਿਉਂਕਿ ਹਾਸੀ ਇੱਕ ਅਜਿਹਾ ਤੇਲ ਹੈ ਜੋ ਇਨਸਾਨੀ ਸਰੀਰ ਦੀ ਮਸ਼ੀਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੈ ਅਤੇ ਇਸ ਨਾਲ ਇਨਸਾਨ ਮਸ਼ੀਨ ਦੇ ਘਸੇ ਹੋਏ ਪੁਰਜੇ ਫਿਰ ਸ਼ਕਤੀ ਗ੍ਰਹਿਣ ਕਰ ਲੈਂਦੇ ਹਨ। ਚੀਜ਼ਾਂ ਦੇ ਰੌਸ਼ਨ ਪਹਿਲੂਆਂ 'ਤੇ ਹੀ ਨਿਗਾਹ ਜਾਵੇ। ਹਰ ਚੀਜ਼ ਖੁਸ਼ੀ ਦੇ ਖਜ਼ਾਨੇ ਲਟਾਉਣ ਵਾਲੀ ਹੀ ਲੱਗੇ, ਅਜਿਹੀ ਨਿਗਾਹ ਕਿਸੇ ਕਿਸਮਤ ਵਾਲੇ ਨੂੰ ਹੀ ਮਿਲਦੀ ਹੈ। ਮੈਂ ਕਰੋੜਪਤੀ ਬਣਨ ਦੀ ਬਜਾਏ ਹਾਸੇ ਦੇ ਖਜ਼ਾਨੇ ਨਾਲ ਮਾਲਾਮਾਲ ਹੋ ਜਾਣਾ ਬਿਹਤਰ ਸਮਝਦਾ ਹਾਂ। ਤੁਸੀਂ ਜੋ ਵੀ ਹੋ ਅਤੇ ਚਾਹੇ ਕਿਸੇ ਵੀ ਕੰਮ ਧੰਦੇ ਵਿੱਚ ਹੋ, ਹਰ ਕਿਤੇ ਖੁਸ਼ ਰਹਿਣ ਦੇ ਮੌਕੇ ਪੈਦਾ ਕਰਨੇ ਸਿੱਖ ਸਕਦੇ ਹੋ ਅਤੇ ਇਹ ਕਲਾ ਤੁਹਾਡੀ ਕਾਲਜ ਦੀ ਪੜ੍ਹਾਈ ਦੇ ਮੁਕਾਬਲੇ ਵੀ ਕਿਤੇ ਜ਼ਿਆਦਾ ਕੰਮ ਆਵੇਗੀ। ਇਹ ਇੱਕ ਅਜਿਹੀ ਦੌਲਤ ਹੈ ਜੋ ਦੋਵੇਂ ਹੱਥੀਂ ਲਟਾਉਂਦੇ ਰਹਿਣ ਨਾਲ ਵੀ ਜ਼ਿਆਦਾ ਜਮ੍ਹਾਂ ਹੁੰਦੀ ਚਲੀ ਜਾਵੇਗੀ। ਚਾਹੇ ਜਿੰਨੇ ਵੀ ਸਖਤ ਅਤੇ ਕੁਰੱਖਤ ਲੋਕਾਂ ਵਿੱਚ ਤੁਸੀਂ ਰਹਿ ਰਹੇ ਹੋ, ਚਾਹੇ ਜਿੰਨਾ ਵੀ ਬੁਰਾ ਦਿਨ ਬੀਤ ਕਰ ਰਹੇ ਹੋ, ਜੇ ਤੁਸੀਂ ਇਹ ਕਲਾ ਸਿੱਖ ਚੁੱਕੇ ਹੋ ਤਾਂ ਇਹ ਤੁਹਾਨੂੰ ਹਰ ਮੁਸੀਬਤ ਵਿੱਚੋਂ ਉਭਾਰ ਲਵੇਗੀ। ਦਿਨ ਵਿੱਚ ਇੱਕ ਵਾਰੀ ਵੀ ਜੇ ਖੁੱਲ੍ਹ ਕੇ ਹੱਸ ਸਕੋ ਤਾਂ ਭਾਰੀ ਤੋਂ ਭਾਰੀ ਦਿਨ ਵੀ ਹਲਕਾ ਫੁਲਕਾ ਲੱਗਣ ਲੱਗ ਜਾਵੇਗਾ। ਜੇ ਤੁਸੀਂ ਹਰ ਵੇਲੇ ਗੰਭੀਰ ਚਿਹਰਾ ਬਣਾਈ ਰੱਖੋਗੇ ਤਾਂ ਇਸ ਨਾਲ ਦੂਸਰਿਆਂ ਦਾ ਕੁਝ ਨਹੀਂ ਵਿਗੜੇਗਾ, ਬਲਕਿ ਖੁਦ ਆਪਣੀ ਹੀ ਗੰਭੀਰਤਾ ਦਾ ਬੋਝ ਤੁਹਾਡੇ ਕੋਲੋਂ ਜ਼ਿਆਦਾ ਸਮਾਂ ਢੋਇਆ ਨਹੀਂ ਜਾਵੇਗਾ। ਆਧੁਨਿਕ ਜੀਵਨ ਦੇ ਤਣਾਵਾਂ
ਚਿੰਤਾਵਾਂ, ਸ਼ੱਕਾਂ, ਹੁਸ਼ਿਆਰੀਆਂ ਅਤੇ ਉਤਸੁਕਤਾਵਾਂ ਦੇ ਵਿੱਚ ਤਾਂ ਹੱਸ ਸਕਣ ਦੀ ਆਦਤ ਪਾਉਣਾ ਹੋਰ ਜ਼ਿਆਦਾ ਜ਼ਰੂਰੀ ਹੋ ਗਿਆ ਹੈ। ਇੱਕ ਪਿੰਡ ਦੀ ਚੌਪਾਲ ਵਿੱਚ ਕੁਝ ਲੋਕ ਬੈਠੇ ਬਹਿਸ ਕਰ ਰਹੇ ਸਨ। ਬਹਿਸ ਦਾ ਵਿਸ਼ਾ ਸੀ ਕਿ ਕੌਣ ਕਿਸ ਤਰ੍ਹਾਂ ਮਰਨਾ ਪਸੰਦ ਕਰੇਗਾ। ਹਰ ਕਿਸੇ ਨੇ ਆਪਣੀ ਆਪਣੀ ਪਸੰਦ ਦੱਸੀ। ਉਹਨਾਂ ਵਿੱਚੋਂ ਇੱਕ ਬੁੱਢੇ ਨੇ ਆਪਣੀ ਪਸੰਦ ਇਸ ਪ੍ਰਕਾਰ ਪ੍ਰਗਟ ਕੀਤੀ। ਕਹਿੰਦਾ, ਸੁਣੋ ਬਈ, ਮੈਂ ਦੱਸਦਾ ਹਾਂ ਕਿ ਮੈਂ ਕਿਸ ਤਰ੍ਹਾਂ ਮਰਨਾ ਚਾਹੁੰਦਾ ਹਾਂ। ਮੇਰੀ ਇੱਛਾ ਹੈ ਕਿ ਮਰਦੇ ਵੇਲੇ ਵੀ ਕੋਈ ਨਾ ਕੋਈ ਅਜਿਹੀ ਗੱਲ ਹੋ ਜਾਵੇ ਜੋ ਮੈਨੂੰ ਹਸਾ ਸਕੇ, ਤਾਂ ਕਿ ਮੈਂ ਹੱਸਦਾ ਹੱਸਦਾ ਮਰ ਸਕਾਂ। ਇੱਕ ਬਹੁਤ ਵੱਡੇ ਦੈਨਿਕ ਅਖਬਾਰ ਦੇ ਸੰਪਾਦਕ ਨੂੰ ਮੈਂ ਇੱਕ ਵਾਰ ਪੁੱਛਿਆ ਕਿ ਕੀ ਕਾਰਨ ਹੈ ਕਿ ਤੁਸੀਂ ਹਰ ਉਸ ਕਰਮਚਾਰੀ ਨੂੰ ਰਿਟਾਇਰ ਕਰ ਦਿੰਦੇ ਹੋ ਜੋ 50 ਦੀ ਉਮਰ ਲੰਘ ਜਾਂਦਾ ਹੈ। ਕੀ 50 ਸਾਲ ਦੀ ਉਮਰ ਤੋਂ ਬਾਅਦ ਆਦਮੀ ਠੀਕ ਠਾਕ ਕੰਮ ਨਹੀਂ ਕਰ ਸਕਦਾ? ਜਵਾਬ ਮਿਲਦਾ ਹੈ ਕਿ ਨਹੀਂ, ਇਹ ਗੱਲ ਨਹੀਂ, ਬਲਕਿ ਅਸਲੀਅਤ ਇਹ ਹੈ ਕਿ 50 ਤੋਂ ਬਾਅਦ ਹਰ ਵਿਅਕਤੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਗੰਭੀਰਤਾਪੂਰਵਕ ਲੈਣ ਲੱਗ ਪੈਂਦਾ ਹੈ। ਬਹੁਤ ਪਹਿਲਾਂ ਦੀ ਗੱਲ ਹੈ ਕਿ ਜਰਮਨੀ ਵਿੱਚ ਹੱਸਣਾ ਕਾਨੂੰਨਨ ਮਨ੍ਹਾ ਸੀ। ਉਸ ਜ਼ਮਾਨੇ ਦੇ ਰਾਜਾ ਦਾ ਵਿਚਾਰ ਸੀ ਕਿ ਹੱਸਣ ਨਾਲ ਮੇਰੀ ਪ੍ਰਜਾ ਯੁੱਧ ਕਰਨਾ ਭੁੱਲ ਜਾਵੇਗੀ। ਅੱਜ ਦੇ ਮਹਾਨਗਰਾਂ ਦੇ ਵਿਕਸਿਤ ਜੀਵਨ ਪ੍ਰਭਾਵ ਵਿੱਚੋਂ ਲੰਘਦੇ ਹੋਏ ਕਿਸੇ ਨੂੰ ਇਹ ਸ਼ੱਕ ਹੋ ਸਕਦਾ ਹੈ ਕਿ ਸ਼ਾਇਦ ਇੱਥੇ ਵੀ ਹੱਸਣਾ ਅਪਰਾਧ ਹੋਵੇ। ਲੱਗਦਾ ਹੈ ਜਿਵੇਂ ਖੁਸ਼ੀ ਇਹਨਾਂ ਦੀ ਜ਼ਿੰਦਗੀ ਵਿੱਚੋਂ ਝਾੜੂ ਮਾਰ ਕੇ ਹੀ ਦਿੱਤੀ ਗਈ ਹੋਵੇ। ਖਾਸ ਤੌਰ 'ਤੇ ਜਦੋਂ ਤੁਸੀਂ ਵੱਡੇ ਵੱਡੇ ਸ਼ਹਿਰਾਂ ਦੇ ਵੱਡੇ ਵੱਡੇ ਵਪਾਰੀਆਂ, ਕਾਰੋਬਾਰੀਆਂ ਨੂੰ ਦੇਖਦੇ ਹੋ ਤਾਂ ਉਹਨਾਂ ਦੀ ਗੰਭੀਰਤਾ ਤੁਹਾਨੂੰ ਬਿਲਕੁਲ ਪ੍ਰਭਾਵਿਤ ਨਹੀਂ ਕਰਦੀ। ਇੱਥੋਂ ਤੱਕ ਕਿ ਰੈਸਟੋਰੈਂਟਾਂ ਵਿੱਚ ਬੈਠੇ ਖਾਂਦੇ ਪੀਂਦੇ ਹੋਏ ਲੋਕ ਵੀ ਜੀਵਨ ਦੀ ਗੰਭੀਰ ਚਰਚਾ ਤੋਂ ਪਿੱਛਾ ਨਹੀਂ ਛੁਡਾ ਸਕਦੇ। ਲਟਕੇ ਹੋਏ ਚਿਹਰੇ ਲਈ ਬੈਠੇ ਉਹ ਭੋਜਨ ਕਰਕੇ ਚਲੇ ਆਉਂਦੇ ਹਨ ਅਤੇ ਸੋਚਦੇ ਰਹਿੰਦੇ ਹਨ, ਚਿੰਤਾ ਦੀ ਚਿੰਤਾ ਵਿੱਚ ਜਲਦੇ ਰਹਿੰਦੇ ਹਨ। ਪੈਸਾ ਹੀ ਉਹਨਾਂ ਲਈ ਸਭ ਕੁਝ ਹੈ ਅਤੇ ਹੱਸਣਾ ਸ਼ਾਇਦ ਇਹਨਾਂ ਲਈ ਮਨ੍ਹਾ ਹੈ। ਪਰ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਨਿਰਾਸ਼ਾਵਾਦੀ ਵਿਅਕਤੀ ਕਾਰੋਬਾਰ ਵਿੱਚ ਕਾਮਯਾਬ ਨਹੀਂ ਹੋ ਸਕਦਾ। ਹਰ ਪ੍ਰਕਾਰ ਦੀ ਕਾਮਯਾਬੀ ਖੁਸ਼ ਰੂਹਾਂ ਅਤੇ ਆਸ਼ਾਵਾਦੀਆਂ ਦੇ ਹੀ ਕਦਮ ਚੁੰਮਦੀ ਹੈ। ਉਮੀਦ ਵਿੱਚ ਇੰਨੀ ਚੁਭਗੀ ਸ਼ਕਤੀ ਹੁੰਦੀ ਹੈ ਕਿ ਦੂਰ ਖੜੀ ਸਫਲਤਾ ਨੂੰ ਵੀ ਕਰੀਬ ਖਿੱਚ ਲਿਆਉਂਦੀ ਹੈ। ਉਮੀਦ ਦਾ ਪੱਲੂ ਫੜੀ ਉਸ ਵਿਅਕਤੀ ਨੂੰ ਚਾਰੋਂ ਤਰਫ ਕਾਮਯਾਬੀ ਹੀ ਕਾਮਯਾਬੀ ਦਿਖਾਈ ਦਿੰਦੀ ਹੈ, ਜਦੋਂ ਕਿ ਨਿਰਾਸ਼ ਵਿਅਕਤੀ ਦੇ ਹਿੱਸੇ ਹਮੇਸ਼ਾ ਅਸਫਲਤਾ ਹੀ ਆਉਂਦੀ ਹੈ। ਜੇ ਬੱਚੇ ਦੇ ਦਿਲ ਵਿੱਚ ਸ਼ੁਰੂ ਤੋਂ ਹੀ ਇਹ ਗੱਲ ਬਿਠਾ ਦਿੱਤੀ ਜਾਵੇ ਕਿ ਹਰ ਹਾਲ ਵਿੱਚ ਖੁਸ਼ ਰਹਿਣਾ ਜੀਵਨ ਦੀ ਸਭ ਤੋਂ ਵੱਡੀ ਉਪਲਬਧੀ ਹੈ, ਤਾਂ ਮੈਂ ਸਮਝਦਾ ਹਾਂ ਕਿ ਸੱਭਿਅਤਾ ਦੇ ਖੇਤਰ ਵਿੱਚ ਜਲਦੀ ਹੀ ਕ੍ਰਾਂਤੀਕਾਰੀ ਤਬਦੀਲੀਆਂ ਆ ਜਾਣ। ਬਹੁਤ ਸਾਰੇ ਲੋਕ ਤਾਂ ਜੀਵਨ ਭਰ ਵਿੱਚ ਇੱਕ ਵਾਰ ਹੀ ਸ਼ਾਇਦ ਖਿੜਖੜਾ ਕੇ ਹੱਸੇ ਹੋਣ। ਖਿੜਖੜਾਉਣਾ ਤਾਂ ਦੂਰ ਰਿਹਾ, ਉਹ ਸ਼ਾਇਦ ਖੁੱਲ੍ਹ ਕੇ ਮੁਸਕਰਾਏ ਵੀ ਨਾ ਹੋਣ। ਇਸ ਦਾ ਕਾਰਨ ਇਹ ਹੈ ਕਿ ਬਚਪਨ ਤੋਂ ਹੀ ਇਹਨਾਂ ਦੀ ਹਾਸੀ 'ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਸ਼ਿਸ਼ਟਾਚਾਰ ਅਤੇ ਅਨੁਸ਼ਾਸਨ ਦੇ ਨਾਂ 'ਤੇ ਸਿੱਟੇ ਵਜੋਂ ਇਹਨਾਂ ਦਾ ਵਿਅਕਤੀਤਵ ਦੱਬ ਜਾਂਦਾ ਹੈ, ਹਾਸੀ ਘੁੱਟ ਜਾਂਦੀ ਹੈ ਅਤੇ ਇਹਨਾਂ ਵਿੱਚ ਅਚਾਨਕ ਖਿੜਖੜਾ ਕੇ ਹੱਸਣ ਦੀ ਤਾਕਤ ਮੁੱਕ ਜਾਂਦੀ ਹੈ। ਡਾਕਟਰ ਜਾਨਸਨ ਕਿਹਾ ਕਰਦੇ ਸਨ ਕਿ ਹਰ ਕਿਸੇ ਨੂੰ ਆਪਣੇ ਸਮੇਂ ਦਾ ਕੁਝ ਹਿੱਸਾ ਹੰਸੂੜ ਆਦਮੀਆਂ ਦੀ ਸੰਗਤ ਵਿੱਚ ਬਿਤਾਉਣਾ ਚਾਹੀਦਾ ਹੈ। ਕਿਸੇ ਹਸਮੁਖ ਆਦਮੀ ਨੂੰ ਆਪਣੇ ਵਿੱਚ ਪਾ ਕੇ ਅਸੀਂ ਕਿੰਨੇ ਖੁਸ਼ ਹੁੰਦੇ ਹਾਂ, ਲੱਗਣ ਲੱਗਦਾ ਹੈ ਜਿਵੇਂ ਕੋਈ ਨਿਆਮਤ ਮਿਲ ਗਈ ਹੋਵੇ। ਇਹਨਾਂ ਦੇ ਨਾਲ ਬਿਤਾਏ ਕੁਝ ਪਲ ਬਹੁਤ ਸਾਰੇ ਬੋਝਿਲ ਪਲਾਂ ਦੀਆਂ ਕੌੜੀਆਂ ਯਾਦਾਂ ਧੋ ਕੇ ਸਾਨੂੰ ਹਲਕਾ ਕਰ ਦਿੰਦੇ ਹਨ, ਜਿਵੇਂ ਦਿਲੋਂ ਦਿਮਾਗ ਦੇ ਜ਼ਖਮਾਂ 'ਤੇ ਮਲਮ ਲੱਗ ਗਿਆ ਹੋਵੇ। ਮੁਸਕਾਨਾਂ ਦੇ ਗਹਿਣੇ ਪਹਿਨ ਕੇ ਕੋਈ ਵਿਅਕਤੀ ਕਿਤੇ ਵੀ ਚਲਾ ਜਾਵੇ, ਉਸ ਨੂੰ ਆਪਣੀ ਜਾਣ ਪਹਿਚਾਣ ਕਰਾਉਣ ਦੀ ਜ਼ਰੂਰਤ ਨਹੀਂ ਪੈਂਦੀ। ਹਰ ਕੋਈ ਉਸ ਨੂੰ ਸਵਾਗਤ ਕਹਿੰਦਾ ਹੀ ਮਿਲੇਗਾ। ਇਸ ਲਈ ਗਰੀਬ ਤੋਂ ਗਰੀਬ ਵਿਅਕਤੀ ਵੀ ਜੇ ਮੁਸਕਰਾਉਣ ਦੀ ਕਲਾ ਸਿੱਖ ਲਵੇ ਅਤੇ ਆਪਣੇ ਚਾਰੋਂ ਤਰਫ ਮੁਸਕਰਾਹਟਾਂ ਦੇ ਫੁੱਲ ਬਖੇਰਦਾ ਚੱਲੇ, ਤਾਂ ਉਸ ਨੂੰ ਆਪਣੀ ਗਰੀਬੀ ਤੇ ਗਮਾਂ ਤੋਂ ਛੁਟਕਾਰਾ ਪਾਉਣ ਦਾ ਸੁਗਮ ਰਾਹ ਮਿਲ ਜਾਵੇਗਾ। ਹਰ ਕਿਸੇ ਵੱਲ ਪਿਆਰ ਨਾਲ ਦੇਖੋ, ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰੋ, ਤਾਂ ਹਰ ਕੋਈ ਤੁਹਾਡੇ ਉੱਪਰ ਆਪਣਾ ਪਿਆਰ ਨਿਸ਼ਾਵਰ ਕਰ ਦੇਵੇਗਾ ਅਤੇ ਤੁਹਾਡੇ ਕੰਮ ਆਵੇਗਾ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ, ਪਰ ਇਸ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।